ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਖਬਰ ਪੜਤਾਲ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ। ਪੰਜਾਬ ਅਤੇ ਪੰਜਾਬੀਅਤ ਦੇ ਨਾਲ ਲੱਗਦੇ ਖਾਸ ਮਸਲੇ ਲੈ ਕੇ ਹਾਜ਼ਰ ਹਾਂ। ਕਿਸਾਨਾਂ ਨੂੰ ਇੱਕ ਵਾਰ ਫਿਰ ਤੋਂ ਮੀਟਿੰਗ ਦਾ ਸੱਦਾ ਹੈ। ਅੱਜ ਮੀਟਿੰਗ ਹੋਣੀ ਸੀ ਪਰ ਸੱਦਾ ਬਦਲ ਦਿੱਤਾ ਗਿਆ, ਤਰੀਕ ਬਦਲ ਦਿੱਤੀ ਗਈ ਹੈ। ਉਸ ਦੇ ਉੱਤੇ ਵਿਚਾਰ ਚਰਚਾ ਕਰਾਂਗੇ। ਉਧਰ ਪੰਜਾਬ ਦੇ ਪੁਲਿਸ ਮੁਖੀ ਨੂੰ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਮਿਲ ਕੇ ਆਈ ਹੈ। ਉਸ ਦੇ ਪਿੱਛੇ ਕੀ ਕੁਝ ਖਾਸ ਚਰਚਾਵਾਂ ਨੇ ਉਸ ਤੇ ਵੀ ਚਰਚਾ ਕਰਾਂਗੇ। ਤੇ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਪੰਜਾਬ ਦੇ ਵਿੱਚ ਸਿਆਸੀ ਐਲਾਨ ਕੀਤੇ ਗਏ ਨੇ। ਕੀ ਕੁਝ ਖਾਸ ਹੈ ਇਹਨਾਂ ਖਬਰਾਂ ਦੇ ਵਿੱਚ ਚਰਚਾ ਦੇ ਲਈ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਪਹਿਲਾਂ ਸਵਾਗਤ ਕਰਦੇ ਹਾਂ, ਫਿਰ ਚਰਚਾ ਤੇ ਵੱਲ ਵਧਾਂਗੇ। ਡੱਲਾ ਜੀ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ, ਬਹੁਤ ਬਹੁਤ ਧੰਨਵਾਦ। ਡੱਲਾ ਜੀ, ਕਿਸਾਨਾਂ ਨੇ ਪ੍ਰਪੋਜ਼ਲ ਬਣਾ ਕੇ ਭੇਜਿਆ ਸੀ। 29 ਤਰੀਕ ਕਿਸਾਨਾਂ ਨੇ ਲਿਖ ਕੇ ਭੇਜੀ ਸੀ, 4 ਮਦਾਂ ਦਸੀਆਂ ਸੀ, ਪਰ ਹੁਣ ਜੋ ਕੇਂਦਰ ਦੇ ਵੱਲੋਂ ਸੱਦਾ ਆਇਆ ਉਹ 'ਚ ਤਰੀਕ ਬਦਲ ਦਿੱਤੀ ਗਈ ਹੈ, ਸਮਾਂ ਬਦਲ ਦਿੱਤਾ ਗਿਆ ਹੈ। ਕਿਸ ਤਰ੍ਹਾਂ ਵੇਖ ਰਹੇ ਹੋ ਇਸ ਬਦਲੇ ਹੋਏ ਸੱਦੇ ਨੂੰ? ਦੇਖੋ ਗਗਨ ਜੀ, ਮੈਂ ਚਾਹੁੰਦਾ ਸੀ ਕਿ 29 ਤਰੀਕ ਨੂੰ ਹੀ ਮੀਟਿੰਗ ਹੋ ਜਾਂਦੀ, ਕਿਉਂਕਿ ਸਾਰਿਆਂ ਦੀ ਕੋਸ਼ਿਸ਼ ਇਹ ਹੈ ਕਿ ਜਲਦ ਤੋਂ ਜਲਦ ਮੀਟਿੰਗ ਹੋਵੇ, ਘੱਟੋ ਘੱਟ ਜਲਦ ਇਹ ਅੰਦੋਲਨ ਸਮਾਪਤੀ ਵਾਲੇ ਪਾਸੇ, ਪੂਰਨਤਾ ਵਾਲੇ ਪਾਸੇ ਜਾਵੇ। ਪਰ ਮੈਨੂੰ ਇਹ ਸਮਝ ਨਹੀਂ ਆਇਆ ਕਿ ਕਿਸਾਨਾਂ ਨੇ ਜਦੋਂ 29 ਤਰੀਕ ਦਾ ਪ੍ਰਸਤਾਵ ਭੇਜਿਆ ਸੀ, ਲਗਾਤਾਰ ਜਿਹੜੇ IAS ਅਫਸਰ ਨੇ ਖੇਤੀ ਮੰਤਰਾਲੇ ਦੇ, ਉਹ ਚਿੱਠੀਆਂ ਭੇਜ ਰਹੇ ਨੇ ਕਿ ਤੁਸੀਂ ਜਦੋਂ ਕਹੋਗੇ, ਜਿਹੜਾ ਸਮਾਂ ਕਹੋਗੇ, ਅਸੀਂ ਮੀਟਿੰਗ ਕਰਨ ਲਈ ਤਿਆਰ ਹਾਂ। ਹੁਣ ਕਿਸਾਨਾਂ ਨੇ ਇਹ ਜਦੋਂ ਪ੍ਰਸਤਾਵ ਭੇਜਿਆ, ਪਰਸੋਂ ਕਿਸਾਨਾਂ ਨੇ ਪ੍ਰਸਤਾਵ ਭੇਜਿਆ ਤੇ ਚੰਗਾ ਸਮਾਂ ਸੀ ਜੀ, 27 ਤੇ 28 ਤਰੀਕ ਦੇ 2 ਦਿਨ ਵਿੱਚ ਸੀ। ਸੋ ਅਜਿਹਾ ਕਿਹੜਾ ਕੰਮ ਪੈ ਗਿਆ ਸਰਕਾਰ ਨੂੰ ਕਿ ਸਰਕਾਰ ਨੇ ਹੁਣ 1 ਦਿਨ ਅੱਗੇ ਵਧਾਤਾ। ਹੁਣ ਇਹਦੇ ਪਿੱਛੇ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਕਿਸਾਨਾਂ ਨੇ ਪਹਿਲਾਂ ਹੀ ਐਲਾਨ ਕਰ ਰੱਖਿਆ ਸੀ ਕਿ 30 ਦਸੰਬਰ ਨੂੰ ਸਾਡੀ ਟਰੈਕਟਰ ਰੈਲੀ ਹੈ। ਸੋ 30 ਦਸੰਬਰ ਨੂੰ ਟਰੈਕਟਰ ਰੈਲੀ ਕਿਸਾਨਾਂ ਨੇ ਕਰਨੀ ਸੀ। ਸ਼ਕਤੀ ਪ੍ਰਦਰਸ਼ਨ ਦੇ ਤੌਰ ਤੇ ਤਿਆਰੀਆਂ ਹੋ ਰਹੀਆਂ ਸੀ। ਇਹ ਵੀ ਹੋ ਸਕਦਾ ਸਰਕਾਰ ਦੇ ਮਨ 'ਚ ਕਿ 30 ਤਰੀਕ ਨੂੰ ਕਿਸਾਨਾਂ ਨੇ ਟਰੈਕਟਰ ਰੈਲੀ ਕੱਢਣੀ ਹੈ, ਸੋ ਅਸੀਂ ਆਪਣੀ ਮੀਟਿੰਗ ਹੀ 30 ਦਸੰਬਰ ਦੀ ਕਰ ਦਿਓ ਤਾਂ ਕਿ ਕਿਸਾਨ ਜਾਂ ਤਾਂ ਟਰੈਕਟਰ ਰੈਲੀ ਨੂੰ ਰੱਦ ਕਰਨ ਜਾਂ ਉਹਨੂੰ ਅੱਗੇ ਪਾ ਦੇਣ ਜੀ। ਇਹ ਵੀ ਕੋਸ਼ਿਸ਼ ਹੈ ਜਿਹੜੀ ਸਰਕਾਰ ਦੀ ਹੋ ਸਕਦੀ ਹੈ। ਪਰ ਮੇਰੇ ਖਿਆਲ 'ਚ ਮੀਟਿੰਗ 29 ਨੂੰ ਹੀ ਕਰਨੀ ਚਾਹੀਦੀ ਸੀ। ਸਰਕਾਰ ਨੂੰ ਮੀਟਿੰਗ ਦਾ ਸਮਾਂ ਨਹੀਂ ਵਧਾਉਣਾ ਚਾਹੀਦਾ। ਕਿਸਾਨ ਕਹਿ ਰਹੇ ਨੇ ਕਿ ਅਸੀਂ ਅਣਮਿੱਥੇ ਸਮੇਂ ਲਈ ਬੈਠੇ ਹਾਂ। ਕਿਸਾਨਾਂ ਨੇ ਤਾਂ ਉੱਥੇ ਨਾਅਰਾ ਹੀ ਦਿੱਤਾ ਵੀ ਜਦ ਤੱਕ ਕਾਨੂੰਨ ਰੱਦ ਨਹੀਂ ਹੁੰਦੇ ਉਹਨਾਂ ਨੇ ਘਰ ਨਹੀਂ ਜਾਣਾ। ਉਹ ਕਹਿੰਦੇ ਘਰ ਨਹੀਂ ਜਾਣਾ ਅਸੀਂ, ਵੀ ਜਾਂ ਤਾਂ ਕਾਨੂੰਨ ਰੱਦ ਕਰਾ ਕੇ ਜਾਵਾਂਗੇ, ਨਹੀਂ ਤਾਂ ਘਰ ਨਹੀਂ ਜਾਵਾਂਗੇ। ਸੋ ਉੱਥੇ ਨਾਅਰੇ ਇਸ ਤਰੀਕੇ ਦੇ ਕਿਸਾਨਾਂ ਨੇ ਦਿੱਤੇ ਨੇ। ਹਰ ਅੰਦੋਲਨ ਦੇ ਵਿੱਚ ਅੰਦੋਲਨ ਨੂੰ ਤਕੜਾ ਕਰਨ ਲਈ, ਲੋਕਾਂ 'ਚ ਜੋਸ਼ ਭਰਨ ਲਈ ਔਰ ਸਰਕਾਰਾਂ ਨੂੰ ਸਮਝਾਉਣ ਲਈ ਕਿ ਸਾਡੀਆਂ ਮੰਗਾਂ ਨੂੰ ਗੰਭੀਰਤਾ ਦੇ ਨਾਲ ਸੁਣੋ, ਅਜਿਹੇ ਨਾਅਰੇ ਦਿੱਤੇ ਜਾਂਦੇ ਨੇ ਜੀ। ਔਰ ਦੂਜੇ ਪਾਸੇ ਹੁਣ 30 ਦਸੰਬਰ ਨੂੰ ਜਿਹੜੀ ਮੀਟਿੰਗ ਹੋਣੀ ਹੈ, ਪ੍ਰਸਤਾਵ ਤਾਂ ਸਵੀਕਾਰ ਕਰ ਲਿਆ। ਸਰਕਾਰ ਨੇ ਇਹ ਵੀ ਕਹਿਤਾ ਵੀ ਹੁਣ ਅਸੀਂ 30 ਤਰੀਕ ਨੂੰ ਮੀਟਿੰਗ ਕਰਾਂਗੇ। ਪਰ ਕੀ ਸਰਕਾਰ ਇਸ ਗੱਲ ਲਈ ਸਹਿਮਤ ਹੈ ਕਿ 30 ਦਸੰਬਰ ਨੂੰ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਪ੍ਰਕਿਰਿਆ ਤੇ ਗੱਲ ਕਰੂਗੀ? ਕੀ ਸਰਕਾਰ MSP ਦੇ ਕਾਨੂੰਨ ਬਣਾਉਣ ਦੀ ਦਿਸ਼ਾ 'ਚ ਗੱਲ ਕਰੂਗੀ? ਕੀ ਸਰਕਾਰ ਬਿਜਲੀ ਆਰਡੀਨੈਂਸ ਹੈ ਜਿਹੜਾ, ਉਹਦੇ 'ਚ ਜਿਹੜਾ ਬਿਜਲੀ ਦੇ ਬਿੱਲ ਲੱਗਣ ਦੀਆਂ ਸੰਭਾਵਨਾਵਾਂ ਸੀ ਕਿ ਪ੍ਰਸਤਾਵ ਆਉਣਗੇ, ਬਿਜਲੀ ਦੇ ਬਿੱਲ ਰੱਦ ਕਰ ਦਿੱਤੇ ਜਾਣਗੇ, ਮੁਫਤ ਬਿਜਲੀ ਦੇ ਬਿੱਲ, ਜਿਹੜੇ ਮੁਫਤ ਬਿਜਲੀ ਮਿਲਦੀ ਸੀ ਉਹ ਯੋਜਨਾ ਖਤਮ ਕਰ ਦਿੱਤੀ ਜਾਏਗੀ। ਕੀ ਉਹ ਸਾਰੀਆਂ ਮੱਦਾਂ ਨੂੰ ਖਤਮ ਕਰਨ ਲਈ ਸਰਕਾਰ ਤਿਆਰ ਹੋਏਗੀ? ਕੀ ਸਰਕਾਰ ਪਰਾਲੀ ਵਾਲੇ ਬਾਰੇ ਜਿਹੜਾ ਆਰਡੀਨੈਂਸ ਹੈ ਉਹਨੂੰ ਖਤਮ ਕਰਨ ਲਈ ਤਿਆਰ ਹੋਏਗੀ? ਸੋ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਉਹਨੂੰ ਅਸੀਂ ਬੜੀ ਗੰਭੀਰਤਾ ਦੇ ਨਾਲ ਇਸ ਵਕਤ ਅਸੀਂ ਦੇਖ ਰਹੇ ਹਾਂ। ਇਹ ਵੀ ਹੋ ਸਕਦਾ, ਇੱਕ ਪੱਖ ਇਹ ਵੀ ਹੈ ਕਿ ਸਰਕਾਰ ਕਿਸਾਨਾਂ ਦੇ ਪ੍ਰਸਤਾਵ ਤੇ ਹੋਰ ਵਿਚਾਰ ਕਰਨਾ ਚਾਹ ਰਹੀ ਹੋਵੇ, ਕਿਉਂਕਿ ਤੁਹਾਨੂੰ ਪਤਾ 1 ਦਿਨ ਪਹਿਲਾਂ ਤਾਂ ਪ੍ਰਧਾਨ ਮੰਤਰੀ ਸਾਹਿਬ ਜੰਮੂ ਕਸ਼ਮੀਰ 'ਚ ਰੁੱਝੇ ਹੋਏ ਸੀ, ਅਮਿਤ ਸ਼ਾਹ ਆਸਾਮ 'ਚ ਗਏ ਹੋਏ ਸੀ। ਸੋ ਹੋ ਸਕਦਾ ਹੈ 29 ਤਰੀਕ ਨੂੰ, ਭਾਵ ਅੱਜ, ਗਗਨ ਇਹ ਵੀ ਹੋ ਸਕਦਾ ਅੱਜ ਅਮਿਤ ਸ਼ਾਹ, ਪ੍ਰਧਾਨ ਮੰਤਰੀ ਮੋਦੀ, ਰਾਜਨਾਥ ਸਿੰਘ ਅੱਜ ਫਿਰ ਇੱਕ ਬੈਠਕ ਕਰਨ ਕੱਲ ਦੀ ਕਿਸਾਨਾਂ ਨਾਲ ਮੀਟਿੰਗ ਤੋਂ ਪਹਿਲਾਂ, ਔਰ ਜਿਹੜੇ ਕਿਸਾਨਾਂ ਨੇ ਪ੍ਰਸਤਾਵ ਭੇਜੇ ਹੈ ਉਹਦੇ ਉੱਪਰ ਗੱਲਬਾਤ ਕਰਨ। ਇਹ ਵੀ ਇੱਕ ਸੰਭਾਵਨਾ ਹੈ ਜੀ, ਇਹ ਵੀ ਇੱਕ ਸੰਭਾਵਨਾ ਹੈ। ਔਰ ਜਿਵੇਂ ਜਿਵੇਂ ਅੱਜ ਦਿਨ ਅੱਗੇ ਵਧੇਗਾ, ਅਸੀਂ ਤਾਂ ਤੜਕੇ ਆਪਣਾ ਇਹ ਸ਼ੋਅ ਕਰ ਰਹੇ ਹਾਂ। ਹੋ ਸਕਦਾ ਹੈ ਅੱਜ ਦੁਪਹਿਰ 2, 3, 4 ਵਜੇ ਤੱਕ ਜਿਹੜੀ ਮੀਟਿੰਗ ਹੈ ਉਹ ਅਮਿਤ ਸ਼ਾਹ, ਨਰਿੰਦਰ ਮੋਦੀ ਔਰ ਰਾਜਨਾਥ ਸਿੰਘ ਉਹਨਾਂ ਦੀ, ਨਰਿੰਦਰ ਤੋਮਰ, ਪਿਊਸ਼ ਗੋਇਲ ਵਗੈਰਾ ਦੀ ਹੋਵੇ, ਔਰ ਜਿਹਦੇ 'ਚੋਂ ਕੱਲ੍ਹ ਦੀ ਜਿਹੜੀ ਮੀਟਿੰਗ ਹੈ ਪ੍ਰਸਤਾਵਿਤ ਹੈ ਕਿਸਾਨਾਂ ਨਾਲ, ਕਿਸਾਨਾਂ ਦੇ ਪ੍ਰਸਤਾਵਾਂ ਤੇ ਇਸ ਮੀਟਿੰਗ 'ਚ ਗੱਲ ਕਰਨ। ਇਹ ਵੀ ਬਹੁਤ ਸੰਭਾਵਨਾ ਹੈ। ਬਾਕੀ ਜਿਹੜੇ ਕਿਸਾਨ ਨੇ ਜੀ, ਕਿਸਾਨਾਂ ਨੇ ਸਪਸ਼ਟ ਤੌਰ ਤੇ ਕਹਿ ਦਿੱਤਾ ਕਿ ਸਾਡਾ ਅੰਦੋਲਨ ਇਸੇ ਤਰ੍ਹਾਂ ਜਾਰੀ ਰਹੇਗਾ ਔਰ ਇਸ ਅੰਦੋਲਨ ਨੂੰ ਤਾਰ ਪੀੜੋ ਕਰਨ ਦੀਆਂ ਕੋਸ਼ਿਸ਼ਾਂ ਦੂਜੀਆਂ ਪੋਲੀਟੀਕਲ ਪਾਰਟੀਆਂ ਬਿਲਕੁਲ ਨਾ ਕਰਨ। ਬਿਲਕੁਲ। ਤੇ ਡੱਲਾ ਜੀ, ਇੱਥੇ ਸਵਾਲ ਇਹ ਵੀ ਬਹੁਤ ਵੱਡਾ ਖੜਾ ਹੋ ਰਿਹਾ ਹੈ ਕਿ ਆਖਿਰਕਾਰ ਕੇਂਦਰ ਸਰਕਾਰ ਜੇਕਰ ਹੁਣ ਜਿਸ ਤਰ੍ਹਾਂ ਸੱਦਾ ਆਇਆ, ਉਸ ਸੱਦੇ ਦੇ ਵਿੱਚ ਗੱਲਬਾਤ ਦੀ ਕੋਈ ਡਿਟੇਲ ਨਹੀਂ ਦਿੱਤੀ ਕਿ ਅਸੀਂ ਉਹਨਾਂ 4 ਮੱਦਾਂ ਤੇ ਗੱਲਬਾਤ ਕਰਾਂਗੇ ਜਾਂ ਫਿਰ ਤੋਂ ਉਹੀ ਗੱਲਾਂ ਬਾਤਾਂ ਫਿਰ ਹੋਣਗੀਆਂ ਜਿਹੜੀਆਂ ਪਿਛਲੀਆਂ ਮੀਟਿੰਗਾਂ ਦੇ ਵਿੱਚ ਹੋਈਆਂ ਨੇ। ਦੇਖੋ, ਉਹ ਇਸ ਕਰਕੇ ਨਹੀਂ ਦਿੱਤੀ ਗਗਨ ਉਹਨਾਂ ਨੇ ਕੋਈ ਵਿਸਥਾਰ, ਕਿਉਂਕਿ ਮੈਂ ਜਿਵੇਂ ਤੁਹਾਨੂੰ ਕਿਹਾ ਅੱਜ ਚਰਚਾ ਕਰਨਗੇ
ਬੀਜੇਪੀ ਦੇ ਸੀਨੀਅਰ ਲੀਡਰ ਅੱਜ ਇਸ ਗੱਲ ਤੇ ਵਿਚਾਰ ਕਰਨਗੇ। ਮੈਨੂੰ ਲੱਗਦਾ ਇਹ ਵੀ ਕਾਰਨ ਹੋ ਸਕਦਾ ਹੈ ਕਿ ਜਿਹਦੇ ਕਰਕੇ ਉਹਨਾਂ ਨੇ ਮੀਟਿੰਗ 30 ਦਸੰਬਰ ਨੂੰ ਪਾਈ ਹੈ, ਜੀ, ਤਾਂ ਕਿ 29 ਤਰੀਕ ਨੂੰ ਅਸੀਂ ਆਪਸ 'ਚ ਸਲਾਹ ਮਸ਼ਵਰਾ ਕਰ ਲਈਏ। ਜੀ, ਸੋ ਇਹ ਬੜੀ ਜਿਹੜੀ ਗੱਲ ਹੈ, ਇਹ ਬੜੀ ਜ਼ਰੂਰੀ ਹੈ। ਜੀ। ਤੇ ਡੱਲਾ ਜੀ, ਉਧਰ ਪੰਜਾਬ ਭਾਜਪਾ ਦੇ ਆਗੂ ਵੀ ਪੰਜਾਬ ਦੇ ਪੁਲਿਸ ਮੁਖੀ ਨੂੰ ਮਿਲ ਕੇ ਆਏ ਨੇ, ਜੋ ਬੀਤੇ ਦਿਨੀ ਘਟਨਾਵਾਂ ਭਾਜਪਾ ਦੇ ਸਮਾਗਮਾਂ ਦੇ ਵਿੱਚ ਹੋਈਆਂ ਉਹਨਾਂ ਨੂੰ ਲੈ ਕੇ। ਦੇਖੋ, ਮੈਂ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਬਿਆਨ ਪੜ੍ਹ ਕੇ ਸੁਣਾਉਣਾ। ਪੰਜਾਬ 'ਚ ਭਾਜਪਾ ਤੇ ਕਾਂਗਰਸ ਦੇ ਵਿਚਾਲੇ 36 ਦਾ ਅੰਕੜਾ ਪੈਦਾ ਹੋ ਗਿਆ। ਜੀ, ਦੇਖੋ, ਪ੍ਰੈਸ ਨੋਟ ਸਰਕਾਰੀ ਤੌਰ ਤੇ ਜਾਰੀ ਹੋਇਆ। ਜੀ, ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੇ ਕਿਹਾ ਹੈ ਕਿ ਦੇਖੋ, ਪੰਜਾਬ ਦੇ ਮੰਤਰੀਆਂ ਨੇ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਚੇਤਾਵਨੀ ਦਿੱਤੀ ਹੈ। ਜੀ। ਇਹ ਸਰਕਾਰੀ ਪ੍ਰੈਸ ਨੋਟ 'ਚ ਲਿਖਿਆ ਹੈ। ਕਹਿੰਦੇ ਪੰਜਾਬ ਦੇ ਮੰਤਰੀਆਂ ਦੀ ਅਸ਼ਵਨੀ ਸ਼ਰਮਾ ਨੂੰ ਚੇਤਾਵਨੀ, ਜੀ, ਛੋਟੀ ਸੋਚ, ਨਿੰਦਣਯੋਗ ਅਤੇ ਅਣਉਚਿਤ ਵਤੀਰਾ ਅਪਣਾ ਕੇ ਮਰਿਆਦਾ ਦੀਆਂ ਹੱਦਾਂ ਪਾਰ ਨਾ ਕਰੋ। ਜੀ, ਸੋ ਇਹ ਸਰਕਾਰੀ ਪ੍ਰੈਸ ਨੋਟ ਦੀ ਭਾਸ਼ਾ ਹੈ ਗਗਨ ਜੀ। ਤੁਸੀਂ ਇਹਦੇ ਤੋਂ ਸਮਝੋ ਕਿ ਤਲਖੀ ਕਿੰਨੀ ਬਣ ਗਈ ਪੰਜਾਬ 'ਚ, ਜੀ, ਬੀਜੇਪੀ ਦੀ ਲੀਡਰਸ਼ਿਪ 'ਚ ਔਰ ਕਾਂਗਰਸ ਦੀ ਲੀਡਰਸ਼ਿਪ 'ਚ। ਔਰ ਉਹ ਕਹਿੰਦੇ ਨੇ ਅਸ਼ਵਨੀ ਸ਼ਰਮਾ ਵੱਲੋਂ ਡੀਜੀਪੀ ਤੇ ਲਾਏ ਨਿਰਆਧਾਰ ਦੋਸ਼ਾਂ ਨੂੰ ਉਸ ਦੀ ਸਿਆਸੀ ਨਿਰਾਸ਼ਾ ਕਰਾਰ ਦਿੱਤਾ। ਜੀ, ਸੋ ਇਹਨਾਂ ਨੇ ਪ੍ਰੈਸ ਨੋਟ ਜਾਰੀ ਕੀਤਾ ਹੈ। ਔਰ ਇਹ ਪ੍ਰੈਸ ਨੋਟ ਕਿਹਦੇ ਵੱਲੋਂ ਜਾਰੀ ਕੀਤਾ ਗਿਆ? ਇਹ ਸਾਂਝਾ ਬਿਆਨ ਜਾਰੀ ਹੋਇਆ। ਇਹ ਜਾਰੀ ਹੋਇਆ ਸੀਨੀਅਰ ਕੈਬਨਿਟ ਮੰਤਰੀ ਹੈ ਬ੍ਰਹਮ ਮਹਿੰਦਰਾ, ਭਾਰਤ ਭੂਸ਼ਣ ਆਸ਼ੂ, ਵਿਜੇ ਇੰਦਰ ਸਿੰਗਲਾ, ਓਪੀ ਸੋਨੀ ਅਤੇ ਸੁੰਦਰ ਸ਼ਾਮ ਅਰੋੜਾ। ਜੀ, ਇਹਨਾਂ ਨੇ ਸੂਬੇ ਦੇ ਚੋਟੀ ਦੇ ਪੁਲਿਸ ਅਧਿਕਾਰੀਆਂ ਦੇ ਵਿਰੁੱਧ ਨਿਰਆਧਾਰ ਦੋਸ਼ ਲਾਉਣ ਲਈ ਅਸ਼ਵਨੀ ਸ਼ਰਮਾ ਦੀ ਨਿੰਦਾ ਕੀਤੀ ਹੈ ਜੀ, ਤੇ ਕਿਹਾ ਕਿ ਇਹ ਘਟੀਆ ਹੱਥਕੰਡੇ, ਇਹ ਸ਼ਬਦ ਸਰਕਾਰੀ ਪ੍ਰੈਸ ਨੋਟ 'ਚ ਵਰਤੇ ਗਏ ਨੇ, ਜੀ, ਤੇ ਕਿਹਾ ਕਿ ਇਹ ਘਟੀਆ ਹੱਥਕੰਡੇ ਬੀਜੇਪੀ ਦੀ ਖੁੱਸ ਚੁੱਕੀ ਸਾਖ ਨੂੰ ਬਹਾਲ ਕਰਨ ਵਿੱਚ ਬਿਲਕੁਲ ਵੀ ਸਹਾਈ ਨਹੀਂ ਹੋਣਗੇ। ਹੁਣ ਮੰਤਰੀ ਕੀ ਕਹਿੰਦੇ ਨੇ? ਪੰਜਾਬ ਸਰਕਾਰ ਕਹਿ ਰਹੀ ਹੈ, ਮੰਤਰੀ ਕਹਿ ਰਹੇ ਨੇ, ਤੁਸੀਂ ਸਾਡੇ ਕਿਸਾਨਾਂ ਦੀ ਖਾਲਿਸਤਾਨੀਆਂ, ਸ਼ਹਿਰੀ ਨਕਸਲੀਆਂ ਅਤੇ ਖੱਬੇ ਪੱਖੀਆਂ ਨਾਲ ਤੁਲਨਾ ਕੀਤੀ ਹੈ ਅਤੇ ਅੱਗੇ ਕਿਹਾ ਕਿ ਲੋਕਾਂ ਦੀ ਆਵਾਜ਼ ਨੂੰ ਦਬਾਉਣਾ ਬੀਜੇਪੀ ਦੀ ਹਮੇਸ਼ਾ ਆਦਤ ਰਹੀ ਹੈ, ਪਰ ਪੰਜਾਬ ਵਿੱਚ ਉਹਨਾਂ ਦੇ ਘਟੀਆ ਹੱਥਕੰਡੇ ਕੰਮ ਨਹੀਂ ਕਰਨਗੇ ਕਿਉਂਕਿ ਕਿਸਾਨਾਂ ਨੇ ਉਹਨਾਂ ਦੀਆਂ ਘਟੀਆ ਚਾਲਾਂ ਅਤੇ ਖੋਖਲੇ ਵਾਅਦਿਆਂ ਨੂੰ ਚੰਗੀ ਤਰ੍ਹਾਂ ਜਾਣ ਲਿਆ। ਜੀ। ਸੋ ਇਹ ਤਾਂ ਜਿਹੜੀ ਗੱਲ ਹੈ, ਇਹ ਸਰਕਾਰੀ ਪ੍ਰੈਸ ਨੋਟ, ਇਹ ਸ਼ਬਦ ਜਿਹੜੇ ਮੈਂ ਵਰਤੇ ਹੈ, ਮੈਂ ਨਹੀਂ ਵਰਤੇ, ਇਹ ਸਰਕਾਰੀ ਮੰਤਰੀਆਂ ਦਾ ਸਰਕਾਰੀ ਪ੍ਰੈਸ ਨੋਟ ਹੈ ਜਿਹੜਾ ਮੈਂ ਤੁਹਾਨੂੰ ਪੜ੍ਹ ਕੇ ਸੁਣਾਇਆ। ਹੁਣ ਦੇਖੋ, ਪੰਜਾਬ 'ਚ ਭਾਜਪਾ ਦੀ ਲੀਡਰਸ਼ਿਪ, ਅਸ਼ਵਨੀ ਸ਼ਰਮਾ ਪ੍ਰਧਾਨ ਨੇ, ਸਾਬਕਾ ਮੰਤਰੀ ਵਿਜੇ ਸਾਂਪਲਾ ਔਰ ਬੀਜੇਪੀ ਦੇ ਹੋਰ ਲੀਡਰ, ਇਹ ਨਿਰਾਸ਼ ਨੇ। ਇਹਨਾਂ ਦਾ ਇਹ ਕਹਿਣਾ ਕਿ ਬਠਿੰਡੇ 'ਚ ਸਾਡਾ ਸਮਾਗਮ ਨਹੀਂ ਹੋਣ ਦਿੱਤਾ ਗਿਆ, ਸਾਡੇ ਤੇ ਹਮਲਾ ਹੋਇਆ, ਪੁਲਿਸ ਮੂਕ ਦਰਸ਼ਕ ਬਣੀ ਰਹੀ। ਜੀ। ਔਰ ਪੁਲਿਸ ਤੇ ਇਹਨਾਂ ਨੇ ਇਲਜ਼ਾਮ ਲਾਇਆ ਕਿ ਪੁਲਿਸ ਹੈ ਜਿਹੜੀ ਪੰਜਾਬ ਦੀ, ਉਹ ਇੱਕ ਤਰੀਕੇ ਨਾਲ ਕਾਂਗਰਸੀ ਵਰਕਰਾਂ ਦੀ ਤਰ੍ਹਾਂ ਕੰਮ ਕਰ ਰਹੀ ਹੈ। ਬੀਜੇਪੀ ਦੇ ਲੀਡਰਾਂ ਨੇ, ਅਸ਼ਵਨੀ ਸ਼ਰਮਾ ਦੇਖੋ, ਅਸ਼ਵਨੀ ਸ਼ਰਮਾ ਪੰਜਾਬ ਬੀਜੇਪੀ ਦੇ ਪ੍ਰਧਾਨ ਨੇ, ਜੀ, ਮੰਗ ਪੱਤਰ ਸੌਂਪ ਕੇ ਆਏ ਨੇ ਔਰ ਉਹਨਾਂ ਨੇ ਜਿਹੜੇ ਆਪਣੇ ਇਲਜ਼ਾਮ ਲਾਏ ਨੇ ਕਿ ਸਰਕਾਰ ਦੇ ਇਸ਼ਾਰੇ ਤੇ ਇਸ ਤਰੀਕੇ ਨਾਲ ਕੀਤਾ ਜਾ ਰਿਹਾ, ਉਹਦੇ ਤੋਂ ਸਰਕਾਰ ਕਾਫੀ ਜ਼ਿਆਦਾ ਨਿਰਾਸ਼ ਹੈ। ਜੀ। ਔਰ ਇੱਕ ਤਰੀਕੇ ਨਾਲ ਮੈਂ ਕਹਿ ਸਕਦਾ ਕਿ ਬੀਜੇਪੀ ਦੇ ਜਿਹੜੇ ਲੀਡਰ ਨੇ, ਉਹਨਾਂ ਦੇ ਔਰ ਕੈਪਟਨ ਅਮਰਿੰਦਰ ਦੇ ਮੰਤਰੀਆਂ ਦੇ ਵਿਚਾਲੇ ਸਿੱਧੀ ਤਲਖੀ ਪੰਜਾਬ 'ਚ ਪੈਦਾ ਹੋ ਗਈ, ਬਿਆਨਾਂ ਦੀ ਤਲਖੀ ਪੈਦਾ ਹੋ ਗਈ। ਜੀ। ਸੋ ਬੀਜੇਪੀ ਨੇ ਵੀ ਕਾਫੀ ਤਿੱਖੇ ਸ਼ਬਦਾਂ ਦੀ ਵਰਤੋਂ ਕੀਤੀ ਹੈ। ਸੋ ਕਾਂਗਰਸ ਦੇ ਤਿੱਖੇ ਸ਼ਬਦ ਤਾਂ ਮੈਂ ਤੁਹਾਨੂੰ ਸੁਣਾਤੇ ਕਿਉਂਕਿ ਉਹ ਸਰਕਾਰੀ ਤੌਰ ਤੇ ਜਾਰੀ ਹੋਏ ਆ। ਜੀ। ਇਹਦਾ ਮਤਲਬ ਇਹ ਹੋਇਆ ਕਿ ਪੰਜਾਬ 'ਚ ਬੀਜੇਪੀ ਤੇ ਕਾਂਗਰਸ ਦੇ ਵਿਚਾਲੇ ਕਾਫੀ ਜ਼ਿਆਦਾ ਕੜਤਣ ਵਾਲਾ ਮਾਹੌਲ ਬਣ ਗਿਆ, ਜੀ, ਬੀਜੇਪੀ ਔਰ ਕਾਂਗਰਸ 'ਚ। ਜਦਕਿ ਜਿਹੜੀ ਸਰਕਾਰ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਸਰਕਾਰ ਕਿਸਾਨ ਅੰਦੋਲਨ ਨੂੰ ਹਮਾਇਤ ਕਰ ਰਹੀ ਹੈ, ਪਰ ਦੂਜੇ ਪਾਸੇ ਕੈਪਟਨ ਅਮਰਿੰਦਰ ਨੇ ਵੀ ਅਪੀਲਾਂ ਕੀਤੀਆਂ ਨੇ ਕਿ ਪੰਜਾਬ 'ਚ ਕੁਝ ਜਗ੍ਹਾ ਤੇ ਇੱਕ ਪ੍ਰਾਈਵੇਟ ਕੰਪਨੀ ਹੈ, ਉਹਦੇ ਟਾਵਰ ਹੈ ਜਿਹੜੇ ਉਹ ਬੰਦ ਕੀਤੇ ਜਾ ਰਹੇ ਨੇ ਜਾਂ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਕੈਪਟਨ ਅਮਰਿੰਦਰ ਉਹਦੇ ਤੇ ਅਪੀਲਾਂ ਕਰ ਰਹੇ ਨੇ ਕਿ ਆਪਾਂ ਕਿਸੇ ਵੀ ਅਜਿਹੇ ਜਿਹੜਾ ਪ੍ਰਬੰਧ ਹੈ ਦੂਰ ਸੰਚਾਰ ਨਾਲ ਜੁੜਿਆ ਹੋਇਆ, ਟੈਲੀਕਾਮ ਸੈਕਟਰ ਨਾਲ ਜੁੜਿਆ ਹੋਇਆ, ਵੀ ਆਪਾਂ ਉਹਨੂੰ ਨੁਕਸਾਨ ਨਾ ਪਹੁੰਚਾਈਏ ਕਿਉਂਕਿ ਕਿਤੇ ਨਾ ਕਿਤੇ ਉਹ ਸਾਡੇ ਫਾਇਦੇ ਲਈ ਵਰਤੇ ਜਾ ਰਹੇ ਨੇ। ਜੀ। ਸੋ ਕੈਪਟਨ ਅਮਰਿੰਦਰ ਵੱਲੋਂ ਵੀ ਇਸ ਤਰੀਕੇ ਦੀਆਂ ਗੱਲਾਂ ਆਈਆਂ ਨੇ। ਬਾਕੀ ਜਿਹੜਾ ਪ੍ਰੈਸ ਨੋਟ ਜਾਰੀ ਹੋਇਆ ਮੰਤਰੀਆਂ ਦਾ, ਇਹਦੇ ਨਾਲ ਬੀਜੇਪੀ ਔਰ ਪੰਜਾਬ ਦੇ ਕਾਂਗਰਸ ਦੇ ਮੰਤਰੀਆਂ ਦੇ ਵਿਚਾਲੇ ਸਿਆਸੀ ਟਕਰਾਅ ਹੋਰ ਵਧੂਗਾ। ਜੀ। ਇਹ ਟਕਰਾਅ ਸਿਆਸੀ ਹੋਰ ਵਧੂਗਾ ਹਜੇ। ਉਧਰ ਡੱਲਾ ਜੀ, ਕਾਂਗਰਸ ਦਾ 136ਵਾਂ ਜਨਮ ਦਿਨ ਕਹਿ ਦਈਏ ਕਿ ਮਨਾਇਆ ਗਿਆ, ਜਿਸ ਦੇ ਵਿੱਚ ਪਾਰਟੀ ਦਾ ਸਥਾਪਨਾ ਦਿਵਸ, ਜਨਮ ਦਿਨ ਹੀ ਹੋ ਗਿਆ ਜੀ। ਉਸ ਦੇ ਵਿੱਚ ਪਾਰਟੀ ਦੇ ਪ੍ਰਧਾਨ ਜੋ ਬਣਨ ਵਾਲੇ ਲਗਾਤਾਰ ਕਿਆਸ ਰਹੀਆਂ, ਰਾਹੁਲ ਗਾਂਧੀ ਗੈਰ ਹਾਜ਼ਰ ਰਹੇ ਨੇ, ਉਸ ਨੂੰ ਲੈ ਕੇ ਬਹੁਤ ਚਰਚਾਵਾਂ ਰਹੀਆਂ ਨੇ। ਦੇਖੋ, ਮੈਨੂੰ ਇਹ ਲੱਗਦਾ ਹੈ ਕਿ ਕਾਂਗਰਸ ਨੇ 136ਵਾਂ ਸਥਾਪਨਾ ਦਿਵਸ ਮਨਾਇਆ ਜੀ, ਔਰ ਕਾਂਗਰਸ ਦਾ ਦੇਸ਼ ਦੀ ਆਜ਼ਾਦੀ 'ਚ ਬਹੁਤ ਵੱਡਾ ਯੋਗਦਾਨ ਰਿਹਾ ਜੀ, ਔਰ ਕਾਂਗਰਸ ਨੇ ਮੁਲਕ ਦੇ ਵਿੱਚ ਵੱਡੇ ਸਮੇਂ ਤੱਕ ਰਾਜ ਕੀਤਾ ਔਰ ਸਾਡੇ ਮੁਲਕ 'ਚ ਸੂਈ ਤੋਂ ਲੈ ਕੇ ਜਹਾਜ਼ ਤੱਕ ਕਾਂਗਰਸ ਦੇ ਰਾਜ 'ਚ ਹੀ ਬਣੇ ਨੇ। ਅਸੀਂ ਇਹ ਨਹੀਂ ਕਹਿ ਸਕਦੇ
ਕਿ ਮੁਲਕ ਦੇ ਵਿੱਚ ਜੋ ਕੁਝ ਹੋਇਆ ਉਹ ਪਿਛਲੇ 6 ਸਾਲਾਂ 'ਚ ਹੀ ਹੋਇਆ। ਜੀ ਹਾਲਾਂਕਿ 6 ਸਾਲਾਂ 'ਚ ਵੀ ਕੋਈ ਯੁੱਗ ਪਲਟਾਊ ਬਦਲਾਅ ਨਹੀਂ ਹੋ ਗਏ ਇੰਡੀਆ 'ਚ। ਜੀ 6 ਸਾਲਾਂ 'ਚ ਵੀ ਕੋਈ ਯੁੱਗ ਪਲਟਾਊ ਬਦਲਾਅ ਨਹੀਂ ਹੋ ਗਏ। ਸੋ ਕਾਂਗਰਸ ਦਾ ਬਹੁਤ ਵੱਡਾ ਯੋਗਦਾਨ ਰਿਹਾ, ਇਹਨੂੰ ਅਸੀਂ ਨਕਾਰ ਨਹੀਂ ਸਕਦੇ ਦੇਸ਼ ਦੀ ਸਿਆਸਤ 'ਚ, ਦੇਸ਼ ਦੀ ਤਰੱਕੀ 'ਚ। ਔਰ ਕਾਂਗਰਸ ਦੇ ਮੱਥੇ ਤੇ ਕਲੰਕ ਵੀ ਕਈ ਹੈ। ਬਿਲਕੁਲ ਕਾਂਗਰਸ ਭਾਵ ਸਰਕਾਰਾਂ, ਕਾਂਗਰਸ ਦੀਆਂ ਸਰਕਾਰਾਂ ਦੇ ਮੱਥੇ ਤੇ 84 ਦਾ ਕਲੰਕ ਵੀ ਹੈ। ਜੀ ਸੋ ਕਈ ਤਰ੍ਹਾਂ ਦੇ ਕਲੰਕ ਨੇ ਜਿਹੜੇ ਉਹ ਜਦੋਂ ਪੋਲੀਟੀਕਲ ਪਾਰਟੀਆਂ ਸੱਤਾ 'ਚ ਹੁੰਦੀਆਂ ਨੇ ਉਹਨਾਂ ਦੇ ਮੱਥਿਆਂ ਤੇ ਲੱਗਦੇ ਆ। ਜੀ ਪਰ ਉਹਨਾਂ ਨੂੰ ਮਿਟਾਉਣ ਦੇ ਕੰਮ ਕਰਨੇ ਚਾਹੀਦੇ, ਉਹ ਕਲੰਕ ਸਾਫ਼ ਕੀਤੇ ਜਾਣੇ ਚਾਹੀਦੇ ਨੇ ਆਪਣੇ ਕਰਮਾਂ ਨਾਲ। ਜੇ ਕੋਈ ਗਲਤੀ ਹੋ ਜਾਏ ਉਹਨੂੰ ਸੁਧਾਰਨਾ ਚਾਹੀਦਾ। ਦੂਸਰਾ, ਜਿਹੜੀ ਸਥਾਪਨਾ ਦਿਵਸ ਦੀ ਗੱਲ ਹੈ, ਦੇਖੋ ਮੈਂ ਅੱਗੇ ਵੀ ਕਈ ਵਾਰੀ ਕਹਿੰਦਾ ਹੁੰਦਾ ਵੀ ਕਾਂਗਰਸ ਦੇ ਮੈਨੂੰ ਲੱਗਦਾ ਹੈ ਕਿ ਜਿਵੇਂ ਡੇਂਗੂ ਵਾਲੇ ਬੰਦੇ ਦੇ ਸੈੱਲ ਘਟ ਜਾਂਦੇ ਆ ਨਾ ਜੀ ਵਾਇਰਲ ਵਾਲੇ ਬੰਦੇ ਦੇ ਸੈੱਲ ਘਟ ਜਾਂਦੇ, ਕਾਂਗਰਸ ਦੇ ਸੈੱਲ ਘਟੇ ਹੋਏ ਆ। ਜੀ ਸੋ ਕਾਂਗਰਸ ਨੂੰ ਖੁਰਾਕ ਦੀ ਲੋੜ ਹੈ। ਪਾਰਟੀਆਂ ਨੂੰ ਖੁਰਾਕ ਕਾਹਦੀ ਚਾਹੀਦੀ ਹੁੰਦੀ? ਤਕੜੇ ਲੀਡਰ ਆਉਣ, ਮਿਹਨਤੀ ਵਰਕਰ ਹੈਗੇ ਕਾਂਗਰਸ ਕੋਲੇ, ਤਕੜੇ ਲੀਡਰ ਆਉਣ, ਚੰਗੀ ਲੀਡਰਸ਼ਿਪ ਦੇਣ, ਅਗਵਾਈ ਦੇਣ, ਮੁਲਕ 'ਚ ਹਰ ਮਜ਼ਬੂਤ ਵਿਰੋਧੀ ਧਿਰ ਦੀ ਤਰ੍ਹਾਂ ਨਾਲ ਕਾਂਗਰਸ ਖੜੇ। ਇਹ ਲਗਾਤਾਰ ਦੂਜੀ ਵਾਰੀ ਹੋਇਆ ਇਤਿਹਾਸ 'ਚ, ਪਹਿਲੀ ਵਾਰੀ 2014 ਦੀਆਂ ਚੋਣਾਂ 'ਚ ਔਰ ਹੁਣ 2017 ਜਿਹੜੀਆਂ ਆਪਣੀਆਂ 2019 ਦੀਆਂ। ਜੀ ਕਾਂਗਰਸ ਲੋਕ ਸਭਾ ਦੀਆਂ 50 ਤੋਂ ਘੱਟ ਸੀਟਾਂ ਜਿੱਤੀ ਹੈ। ਵਿਰੋਧੀ ਧਿਰ ਦਾ ਅਹੁਦਾ ਕਾਂਗਰਸ ਕੋਲੇ ਨਹੀਂ ਹੈ। ਜੀ 50 ਤੋਂ ਘੱਟ ਸੀਟਾਂ ਜਿੱਤੀਆਂ ਨੇ, 50 ਤੋਂ ਵੱਧ ਸੀਟਾਂ ਜਿੱਤਣੀਆਂ ਪੈਂਦੀਆਂ ਨੇ ਜੇ ਘੱਟੋ ਘੱਟ ਉਹਨਾਂ ਨੇ ਵਿਰੋਧੀ ਧਿਰ ਦਾ ਚਿਹਰਾ ਜਿਹੜਾ ਅਹੁਦਾ ਹੈ ਉਹ ਹਾਸਲ ਕਰਨਾ ਹੈ। ਜੀ 542 ਸੀਟਾਂ ਨੇ। ਸੋ ਇਸ ਕਰਕੇ 52 53 55 ਤੱਕ ਉਹ ਪਹੁੰਚਦੇ ਕਾਂਗਰਸ ਵਾਲੇ, ਤਾਂ ਕਿਤੇ ਜਾ ਕੇ ਉਹ ਵਿਰੋਧੀ ਧਿਰ ਦੇ ਅਹੁਦੇ ਦੀ ਜਿਹੜੀ ਸੀਟ ਹਾਸਲ ਕਰਦੇ। ਔਰ ਫਿਰ ਜਿਹੜਾ ਵਿਰੋਧੀ ਧਿਰ ਦਾ ਲੀਡਰ ਹੁੰਦਾ ਨਾ ਜੀ, ਅਗਰ ਰਾਹੁਲ ਗਾਂਧੀ ਵਿਰੋਧੀ ਧਿਰ ਦਾ ਲੀਡਰ ਬਣ ਜਾਂਦਾ ਡੈਜ਼ਿਗਨੇਟਡ, ਜੀ ਤਾਂ ਉਹਦੇ ਕੋਲੇ ਦੇਸ਼ ਦੇ ਕੈਬਨਿਟ ਮੰਤਰੀ ਦੀਆਂ ਤਾਕਤਾਂ ਹੋਣੀਆਂ ਸੀ। ਜੀ ਹੁਣ ਤਾਂ ਕੁਝ ਵੀ ਨਹੀਂ ਹੈਗੀਆਂ। ਦੂਸਰਾ, ਸਿਆਸੀ ਗੰਭੀਰਤਾ ਰਾਹੁਲ ਗਾਂਧੀ ਨਹੀਂ ਦਿਖਾ ਰਹੇ। ਕਈ ਗੱਲਾਂ 'ਚ ਬਹੁਤ ਸਾਰੇ ਮੁੱਦੇ ਨੇ ਜਿਹ 'ਚ ਰਾਹੁਲ ਗਾਂਧੀ ਦਾ ਵਿਜ਼ਨ ਬੜਾ ਸਾਫ਼ ਉੱਭਰ ਕੇ ਆਉਂਦਾ ਹੈ। ਇਹ ਆਮ ਲੋਕ ਮੰਨਦੇ ਨੇ ਕਿ ਰਾਹੁਲ ਗਾਂਧੀ ਬਹੁਤ ਸਾਰੇ ਅਜਿਹੀਆਂ ਗੱਲਾਂ ਕਰਦੇ ਨੇ ਜਿਹਦੇ ਨਾਲ ਫਾਇਦਾ ਹੋ ਸਕਦਾ ਹੈ ਮੁਲਕ ਦਾ। ਪਰ ਆਪਣੀ ਪਾਰਟੀ ਨੂੰ ਜਿਸ ਤਰੀਕੇ ਨਾਲ ਰਾਹੁਲ ਗਾਂਧੀ ਚਲਾ ਰਹੇ ਨੇ, ਜਾਂ ਸੋਨੀਆ ਗਾਂਧੀ ਬੀਬੀ ਚਲਾ ਰਹੀ ਹੈ, ਜਾਂ ਪ੍ਰਿੰਕਾ ਗਾਂਧੀ ਚਲਾ ਰਹੇ ਨੇ, ਚਲਾ ਤਾਂ ਗਾਂਧੀ ਪਰਿਵਾਰ ਰਿਹਾ ਹੀ ਹੈ। ਭਾਵੇਂ ਪ੍ਰਧਾਨ ਐਕਟਿੰਗ ਸੋਨੀਆ ਗਾਂਧੀ ਹੈ, ਪਰ ਰਾਹੁਲ ਗਾਂਧੀ ਨੂੰ ਪ੍ਰਧਾਨ ਦੇ ਤੌਰ ਤੇ ਦੇਖਿਆ ਜਾ ਰਿਹਾ। ਇਸ ਕਰਕੇ ਰਾਹੁਲ ਗਾਂਧੀ ਨੂੰ ਅਜਿਹੇ ਮੌਕਿਆਂ ਤੇ ਅੱਗੇ ਹੋ ਕੇ ਅਗਵਾਈ ਦੇਣੀ ਚਾਹੀਦੀ ਹੈ। ਰਾਹੁਲ ਗਾਂਧੀ ਨੂੰ ਆਪ ਅੱਜ ਸੀਨੀਅਰ ਲੀਡਰ ਸੀ, ਉਹਨਾਂ ਦੇ ਨਾਲ ਖੜਨਾ ਚਾਹੀਦਾ ਸੀ ਵੀ ਮੈਂ ਨਾਲ ਖੜਾ ਜੇ ਕਾਂਗਰਸ ਦਾ ਸਥਾਪਨਾ ਦਿਵਸ ਮਨਾਉਣਾ ਹੈ ਜੀ। ਜੀ ਸੋ ਇੱਕ ਸੰਗਠਿਤ ਲੀਡਰਸ਼ਿਪ ਨਜ਼ਰ ਨਹੀਂ ਆਉਂਦੀ। ਅੱਜ ਪਤਾ ਲੱਗਦਾ ਵੀ ਕਾਂਗਰਸ ਦਾ ਸਥਾਪਨਾ ਦਿਵਸ ਹੈ, ਰਾਹੁਲ ਗਾਂਧੀ ਹੁੰਦਾ, ਸਾਰੇ ਲੀਡਰ ਉੱਥੇ ਖੜੇ ਹੁੰਦੇ। ਰਾਹੁਲ ਗਾਂਧੀ ਬਾਹਰ ਨਿਕਲ ਗਿਆ ਵਿਦੇਸ਼, ਮੈਂ ਕਹਿੰਦਾ ਲੱਖ ਮਜਬੂਰੀ ਹੋਵੇ, ਪਤਾ ਲੱਗਿਆ ਕਿ ਉਹਨਾਂ ਦੇ ਨਾਨੀ ਜੀ ਬਿਮਾਰ ਹੈ। ਚਲੋ ਬਜ਼ੁਰਗਾਂ ਦਾ ਸਤਿਕਾਰ ਜ਼ਰੂਰੀ ਹੈ, ਅਗਰ ਕੋਈ ਬਜ਼ੁਰਗ ਪਰਿਵਾਰ 'ਚ ਬਿਮਾਰ ਹੈ, ਫਲਾਈਟ 2-4 ਘੰਟੇ ਦਾ ਹੀ ਫਰਕ ਪੈਣਾ ਸੀ ਨਾ ਜੀ। ਸਵੇਰੇ ਸਮਾਗਮ ਮਨਾ ਕੇ 2 ਘੰਟੇ ਬਾਅਦ ਚਲੇ ਜਾਂਦੇ। ਬਿਲਕੁਲ ਹੈ ਜੀ। ਸਾਡਾ ਹਵਾਈ ਅੱਡਾ ਕਿਹੜਾ ਸਾਡੇ ਪਿੰਡ ਵਾਲਾ ਬੱਸ ਅੱਡਾ ਵੀ ਜਿੱਥੇ ਇੱਕ ਬੱਸ ਸਵੇਰੇ ਆਉਂਦੀ ਹੈ ਤੇ ਇੱਕ ਰਾਤ ਨੂੰ ਤੇ ਇੱਕ ਸ਼ਾਮ ਨੂੰ ਆਉਂਦੀ ਹੈ ਸੂਰਜ ਛਿਪਣੇ। ਬਿਲਕੁਲ। ਸੋ ਹਵਾਈ ਅੱਡਾ ਥੋੜੀ ਦੇਰ ਬਾਅਦ ਫਲਾਈਟਸ ਜਾਂਦੀਆਂ ਨੇ। ਰਾਹੁਲ ਗਾਂਧੀ ਮਨਾ ਕੇ ਚਲਾ ਜਾਂਦਾ ਤੇ ਲੋਕਾਂ 'ਚ ਇੱਕ ਸੁਨੇਹਾ ਜਾਂਦਾ, ਇੱਕ ਗੰਭੀਰਤਾ ਵਾਲੀ ਗੱਲ ਜਾਂਦੀ। ਹੁਣ ਰਾਹੁਲ ਗਾਂਧੀ ਚੁੱਪ-ਚਪੀਤੇ ਨਿਕਲ ਗਿਆ। ਅੱਗੇ ਵੀ ਜਦੋਂ ਪਾਰਲੀਮੈਂਟ ਦੇ ਵਿੱਚ ਬਿੱਲ ਪਾਸ ਸੀ ਉਦੋਂ ਵੀ ਰਾਹੁਲ ਗਾਂਧੀ ਚਲਾ ਗਿਆ ਸੀ। ਜੇ ਜ਼ਰੂਰੀ ਕੰਮ ਰਾਹੁਲ ਗਾਂਧੀ ਨੂੰ ਪੈਂਦੇ ਆ, ਇਹੋ ਜਿਹੇ ਮੌਕਿਆਂ ਤੇ ਕਿਉਂ ਪੈਂਦੇ? ਨਵਾਂ ਸਾਲ ਆਉਣ ਵਾਲਾ ਹੈ, ਦੇਸ਼ ਐਡੀ ਵੱਡੀ ਚੁਣੌਤੀ ਦੇ ਸਮੇਂ 'ਚ ਕੋਵਿਡ 'ਚ ਹੈ, ਕਿਸਾਨ ਅੰਦੋਲਨ ਹੈ। ਰਾਹੁਲ ਗਾਂਧੀ ਭਾਵੇਂ ਕਿਸਾਨ ਅੰਦੋਲਨ 'ਚ ਧਰਨਾ ਨਹੀਂ ਜਾ ਕੇ ਮਾਰ ਰਿਹਾ, ਪਰ ਕਾਂਗਰਸ ਪਾਰਟੀ ਵੀ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੀ ਹੈ ਨਾ। ਰਾਹੁਲ ਗਾਂਧੀ ਦੂਰ ਬਹਿ ਕੇ ਭਾਵੇਂ ਕਿਸਾਨ ਅੰਦੋਲਨ ਦੇ ਵਿੱਚ ਆਪਣਾ ਭੂਮਿਕਾ ਪਹਿਲਾਂ ਦੀ ਤਰ੍ਹਾਂ ਅਦਾ ਕਰਦੇ। ਰਾਸ਼ਟਰਪਤੀ ਨੂੰ ਉਦੋਂ ਮਿਲਣ ਗਏ ਨੇ ਰਾਹੁਲ ਗਾਂਧੀ, ਚੰਗੀ ਗੱਲ ਹੈ। ਸੋ ਇਸ ਕਰਕੇ ਜਿਹੜਾ ਲੀਡਰ ਹੁੰਦਾ ਨਾ ਜੀ, ਦੇਖੋ ਜਦੋਂ ਲੀਡਰ ਹੁੰਦਾ ਨਾ ਜੀ, ਲੀਡਰ ਬਿਲਕੁਲ ਨਾਲ ਖੜਾ ਨਜ਼ਰ ਆਉਣਾ ਚਾਹੀਦਾ ਸਾਰਿਆਂ ਨੂੰ। ਬਿਲਕੁਲ। ਇਸ ਕਰਕੇ ਰਾਹੁਲ ਗਾਂਧੀ ਦਾ ਨਾਂ ਹੋਣਾ ਅੱਜ ਪੋਲੀਟੀਕਲ ਪਾਰਟੀਆਂ ਨੇ ਬਹੁਤ ਨਿੰਦਿਆ। ਹਾਲਾਂਕਿ ਸਟੇਟਮੈਂਟ ਆ ਗਈ ਰਾਹੁਲ ਗਾਂਧੀ ਦੀ ਵੀ, ਉਹਨਾਂ ਕਾਂਗਰਸ ਵੱਲੋਂ ਸਟੇਟਮੈਂਟ ਆਈ ਹੈ ਕਿ ਉਹਨਾਂ ਦੇ ਪਰਿਵਾਰ 'ਚ ਕੋਈ ਬਿਮਾਰ ਨੇ ਤਾਂ ਉਹ ਬਾਹਰ ਗਏ ਨੇ। ਚਲੋ ਇਹ ਉਹਨਾਂ ਦਾ ਨਿੱਜੀ ਮਾਮਲਾ, ਪਰ ਜਦੋਂ ਪਾਰਟੀਆਂ ਚਲਾਉਣੀਆਂ ਨੇ ਤਾਂ ਫਿਰ ਨਿੱਜੀ ਹਿੱਤਾਂ ਤੋਂ, ਜ਼ਿੰਮੇਵਾਰੀਆਂ ਤੋਂ ਉੱਪਰ ਉੱਠ ਕੇ ਕੰਮ ਕਰਨੇ ਪੈਂਦੇ ਨੇ ਜੀ। ਸੋ ਇਸ ਕਰਕੇ ਚਲੋ ਕਾਂਗਰਸ ਨੂੰ ਮੁਬਾਰਕਾਂ 136ਵੇਂ ਸਥਾਪਨਾ ਦਿਵਸ ਦੀਆਂ। ਦੇਸ਼ ਭਰ 'ਚ ਕਾਂਗਰਸੀਆਂ ਨੇ ਮਨਾਇਆ ਅੱਜ, ਬੜੀ ਖੁਸ਼ੀ ਤੇ ਉਤਸ਼ਾਹ ਸੀ ਉਹਨਾਂ 'ਚ, ਕਿਉਂਕਿ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਕਾਂਗਰਸ ਪਾਰਟੀ ਦਾ ਬਹੁਤ ਵੱਡਾ ਯੋਗਦਾਨ ਹੈ ਦੇਸ਼ ਦੀ ਆਜ਼ਾਦੀ ਦੀ ਲਹਿਰ 'ਚ ਵੀ। ਸੋ ਉਸ ਨਜ਼ਰ ਤੋਂ ਕਾਂਗਰਸ ਦਾ ਵੀ ਧੰਨਵਾਦ ਹੈ ਕਿ ਮੁਲਕ ਦੀ ਆਜ਼ਾਦੀ ਦੀ ਲਹਿਰ 'ਚ ਕਾਂਗਰਸ ਨੇ ਯੋਗਦਾਨ ਪਾਇਆ। ਔਰ ਇਹ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਮੁਲਕ ਦੀ ਆਜ਼ਾਦੀ 'ਚ ਜੇ ਸਭ ਤੋਂ ਵੱਡਾ ਕਿਸੇ ਦਾ ਯੋਗਦਾਨ ਹੈ
ਉਹ ਸਾਡੇ ਵਾਲੇ ਪਾਸੇ, ਪੰਜਾਬ ਵਾਲੇ ਪਾਸੇ ਜੀ। ਹੈ। ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਨੇ। ਪਰ ਪੋਲੀਟੀਕਲ ਪਾਰਟੀਆਂ ਦਾ ਵੀ ਧੰਨਵਾਦ ਹੈ। ਪਿੱਛੇ ਜੇ ਅਕਾਲੀ ਦਲ ਦਾ ਜਿਹੜਾ ਹੁਣੀ ਸਥਾਪਨਾ ਦਿਵਸ ਨਿਕਲ ਕੇ ਗਿਆ, ਉਸ ਦਿਨ 14 ਦਸੰਬਰ ਨੂੰ, ਉਸ ਦਿਨ ਮੈਂ ਅਕਾਲੀ ਦਲ ਨੂੰ ਵੀ ਮੁਬਾਰਕਬਾਦ ਤੇ ਧੰਨਵਾਦ ਪੇਸ਼ ਕੀਤਾ ਸੀ ਕਿ ਅਕਾਲੀ ਦਲ ਨੇ ਵੀ ਦੇਸ਼ ਦੀ ਆਜ਼ਾਦੀ ਦੀ ਲੜਾਈ 'ਚ ਹਿੱਸਾ ਪਾਇਆ। ਸੋ ਹੋਰ ਕੋਈ ਪੋਲੀਟੀਕਲ ਪਾਰਟੀਆਂ ਦਾ ਜਿਵੇਂ ਵੀ ਕੋਈ ਖਾਸ ਯੋਗਦਾਨ ਆਜ਼ਾਦੀ ਦੀ ਲੜਾਈ 'ਚ ਸਾਹਮਣੇ ਆਉਂਦਾ ਹੈ, ਮੈਂ ਹਮੇਸ਼ਾ ਹੀ ਉਹਨਾਂ ਦਾ ਸ਼ੁਕਰਗੁਜ਼ਾਰ ਹੁੰਦਾ। ਪੱਖਪਾਤ ਤੋਂ ਉੱਪਰ ਉੱਠ ਕੇ ਹਰ ਪਾਰਟੀ, ਹਰ ਸ਼ਹੀਦ ਹੈ ਜਿਹੜਾ, ਉਹਦੇ ਅਸੀਂ ਰਿਣੀ ਹਾਂ ਜੀ। ਬਿਲਕੁਲ। ਤੇ ਡੱਲਾ ਜੀ, ਉਧਰ ਪੰਜਾਬ ਦੀ ਸਿਆਸਤ ਦੇ ਵੱਲ ਚੱਲੀਏ ਤਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵੀ ਪੰਜਾਬ ਦੀਆਂ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਰਣਨੀਤੀਆਂ ਘੜਨ ਲੱਗ ਗਏ ਤੇ ਕਹਿੰਦੇ ਕਿ ਜਿਹੜੀਆਂ ਚੋਣਾਂ ਹੁਣ ਮਿਊਨਿਸਪਲ ਕੌਂਸਲ ਵਗੈਰਾ ਦੀਆਂ ਪੰਜਾਬ ਦੇ ਵਿੱਚ ਹੋਣੀਆਂ ਨੇ, ਲੋਕਲ ਬਾਡੀਜ਼ ਦੀਆਂ, ਉਸ ਦੇ ਵਿੱਚ ਆਪਣੀ ਚੋਣ ਨਿਸ਼ਾਨ ਦੇ ਉੱਤੇ ਲੜੂ ਆਮ ਆਦਮੀ ਪਾਰਟੀ। ਦੇਖੋ, ਕਿਸਾਨ ਅੰਦੋਲਨ ਨੇ ਨਾ ਸਾਰੀਆਂ ਪੋਲੀਟੀਕਲ ਪਾਰਟੀਆਂ 'ਚ ਜੋਸ਼ ਭਰਤਾ ਜੀ। ਸਾਰਿਆਂ ਨੂੰ ਇਹ ਲੱਗਦਾ ਵੀ ਕਿਸਾਨ ਸਾਡੇ ਨਾਲ ਨੇ। ਆਮ ਆਦਮੀ ਪਾਰਟੀ ਨੂੰ ਵੀ ਲੱਗਦਾ ਹੈ। ਕੇਜਰੀਵਾਲ ਇੱਕ ਅੱਧਾ ਗੇੜਾ ਉੱਥੇ ਲਾਇਆ। ਕੇਜਰੀਵਾਲ ਨੇ ਪਹਿਲਾਂ ਤਾਂ ਕਿਹਾ ਸੀ ਦਿੱਲੀ 'ਚ ਕਾਨੂੰਨਾਂ ਦੀ ਲੋੜ ਨਹੀਂ ਜੀ, ਬਾਅਦ ਦੇ ਵਿੱਚ ਵਿਧਾਨ ਸਭਾ ਦਾ ਸੈਸ਼ਨ ਬੁਲਾਉਣਾ ਪਿਆ ਕਿਸਾਨ ਸ਼ਕਤੀ ਅੱਗੇ ਮਜਬੂਰ ਹੋ ਕੇ। ਜੀ। ਕੇਜਰੀਵਾਲ ਸਮਝ ਗਿਆ ਵੀ ਕਿਸਾਨਾਂ ਤੋਂ ਬਿਨਾਂ ਨਹੀਂ ਚੱਲ ਸਕਦੇ ਅਸੀਂ। ਸੰਜੇ ਸਿੰਘ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦਾ ਚਿਹਰਾ ਐਲਾਨਤਾ। ਇਹ ਵੀ ਕਹਿਤਾ ਵੀ ਹੁਣ ਅਸੀਂ ਯੂਪੀ 'ਚ ਵੀ ਚੋਣਾਂ ਲੜਾਂਗੇ। ਹੁਣ ਪੰਜਾਬ ਦਾ ਮੁੱਖ ਮੰਤਰੀ ਦਾ ਚਿਹਰਾ ਤਾਂ ਨਹੀਂ ਐਲਾਨਿਆ, ਪਰ ਇਹ ਕਹਿਤਾ ਕਿ ਪੰਜਾਬ 'ਚ ਅਸੀਂ ਜਿਹੜੀਆਂ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਨੇ, ਕਾਉਂਸਲਰਾਂ ਦੀਆਂ ਚੋਣਾਂ ਨੇ, ਨਗਰ ਕਮੇਟੀਆਂ ਦੀਆਂ ਚੋਣਾਂ ਨੇ, ਉਹ ਆਪਣੇ ਸਿੰਬਲ ਤੇ ਲੜਾਂਗੇ, ਝਾੜੂ ਤੇ। ਦੇਖੋ, ਇਹ ਚੋਣਾਂ ਝਾੜੂ ਦੀ ਵੀ ਅਗਨੀ ਪ੍ਰੀਖਿਆ ਜੀ। ਇਹ ਪਤਾ ਲੱਗ ਜੂਗਾ ਵੀ ਝਾੜੂ ਕਿੱਥੇ ਸਿਆਸੀ ਤੌਰ ਤੇ ਖੜਾ ਹੈ ਪੰਜਾਬ ਦੇ ਵਿੱਚ। ਜੀ। ਲੋਕ ਕਿੰਨੀ ਕੁ ਗੰਭੀਰਤਾ ਦੇ ਨਾਲ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਂਦੇ ਨੇ। ਇਹ ਫੈਸਲਾ ਇਹਨਾਂ ਨੇ ਕੀਤਾ ਸਿੰਬਲ ਤੇ ਲੜਨ ਦਾ, ਬੜੀ ਚੰਗੀ ਗੱਲ ਹੈ। ਆਮ ਆਦਮੀ ਪਾਰਟੀ ਨੂੰ ਸਿੰਬਲ ਤੇ ਚੋਣਾਂ ਲੜਨੀਆਂ ਚਾਹੀਦੀਆਂ। ਹੋਰ ਸੰਗਠਿਤ ਹੋਣ ਦੀ ਲੋੜ ਹੈ ਆਮ ਆਦਮੀ ਪਾਰਟੀ ਨੂੰ ਪੰਜਾਬ 'ਚ। ਪੰਜਾਬ ਦੀ ਜ਼ਮੀਨ ਤੇ ਹੋਰ ਕੰਮ ਕਰਨ ਦੀ ਲੋੜ ਹੈ ਆਮ ਆਦਮੀ ਪਾਰਟੀ ਨੂੰ। ਚੰਗੇ ਲੋਕਾਂ ਨੂੰ ਅੱਗੇ ਲੈ ਕੇ ਆਉਣ ਦੀ ਲੋੜ ਹੈ। ਟਿਕਟਾਂ ਦੀ ਵੰਡ ਵੇਲੇ ਫਿਰ ਉਹੀ ਕੰਮ ਨਾ ਆਮ ਆਦਮੀ ਪਾਰਟੀ ਕਰੇ ਜਿਵੇਂ ਪਿਛਲੀ ਵਾਰੀ ਸੀ ਕਿ ਆਪਣੇ ਚਹੇਤਿਆਂ ਨੂੰ ਹੀ ਟਿਕਟਾਂ ਦੇਤੀਆਂ, ਜਿਹੜੇ ਲੋਕ ਮਿਹਨਤਾਂ ਕਰਦੇ ਰਹਿ ਗਏ ਉਹਨਾਂ ਨੂੰ ਟਿਕਟਾਂ ਨਹੀਂ ਦਿੱਤੀਆਂ। ਜੀ। ਬਾਕੀ ਦੇਖਦੇ ਹਾਂ ਕੀ ਬਣਦਾ। 2022 ਤੋਂ ਪਹਿਲਾਂ ਹਰ ਪਾਰਟੀ ਹੁਣ ਆਸਬੰਦ ਹੋ ਗਈ ਕਿ ਕਿਸਾਨ ਸਾਡੇ ਨਾਲ ਹੀ ਹੈ, ਵੀ ਅਸੀਂ ਸਾਰੀਆਂ ਸੀਟਾਂ ਤੇ ਲੜਾਂਗੇ, ਆਪਣੇ ਨਿਸ਼ਾਨਾਂ ਤੇ ਲੜਾਂਗੇ ਤੇ ਜਿੱਤਾਂਗੇ। ਬਾਕੀ ਇਹ ਨਹੀਂ ਪਤਾ ਹਜੇ ਕਿਸਾਨ ਨੇ ਵੋਟਾਂ ਕਿਹਨੂੰ ਪਾਣੀਆਂ ਨੇ। ਸੋ ਕਿਸਾਨ ਬਹੁਤ ਸੋਚ ਸਮਝ ਕੇ ਇਸ ਵਾਰ ਵੋਟਾਂ ਪਾਊਗਾ ਗਗਨ ਜੀ। ਕਿਸਾਨ ਨੂੰ ਦਿੱਲੀ ਜਾ ਕੇ ਵੋਟ ਦੀ ਹੋਰ ਹਕੀਕਤ ਪਤਾ ਲੱਗੀ। ਖਾਸ ਤੌਰ ਤੇ ਸਾਡੀ ਨੌਜਵਾਨੀ, ਜਿਹੜੇ ਸਾਡੇ 90 ਤੋਂ ਬਾਅਦ ਦੇ ਜੰਮੇ ਹੋਏ ਬੱਚੇ ਨੇ ਨਾ ਜੀ, ਜਿਨ੍ਹਾਂ ਨੇ ਪੰਜਾਬ ਦੇ ਉਹ ਪੁਰਾਣੇ ਦੌਰ ਨਹੀਂ ਦੇਖੇ, 90 ਤੋਂ ਬਾਅਦ ਦੇ ਜੰਮੇ ਨੇ, ਜਿਹੜੇ 20 ਸਾਲ ਦੇ ਹੋ ਗਏ, 18 ਸਾਲ ਤੋਂ ਵੋਟ ਪਾਉਣ ਦਾ ਹੱਕ ਹੈ। ਜੀ। ਜਿਹੜੇ ਆ ਸਾਰੀ ਸਾਡੀ 20 ਸਾਲ ਦੀ ਜਨਰੇਸ਼ਨ ਹੈ, 90 ਤੋਂ ਬਾਅਦ ਦੇ ਜਨਮੇ, ਉਹਨਾਂ ਨੇ ਪਹਿਲੀ ਵਾਰੀ ਇਸ ਤਰੀਕੇ ਦਾ ਪੰਜਾਬ 'ਚ ਮਾਹੌਲ ਦੇਖਿਆ ਕਿਸਾਨੀ ਦੇ ਨਾਲ ਜੁੜਿਆ ਹੋਇਆ। ਔਰ ਜਿਹੜੇ ਖੇਤੀ ਨੂੰ ਅਹਿਮੀਅਤ ਨਹੀਂ ਸੀ ਦਿੰਦੇ, ਹੁਣ ਦੇ ਰਹੇ ਨੇ ਸਾਡੇ ਨੌਜਵਾਨ। ਬਿਲਕੁਲ। ਭਾਵੇਂ ਉਹ ਸਕੂਲਾਂ ਕਾਲਜਾਂ 'ਚ ਪੜ੍ਹ ਰਹੇ ਨੇ, ਹੁਣ ਉਹ ਸਮਝ ਗਏ ਕਿ ਖੇਤੀ ਕਿੰਨੀ ਜ਼ਰੂਰੀ ਹੈ। ਜੇ ਬਾਪੂ ਜੀ ਕਹਿੰਦੇ ਆ ਕਾਕਾ ਸਕੂਲ ਕਾਲਜ ਤੋਂ ਆ ਕੇ ਖੇਤ ਆਇਆ ਕਰੋ, ਉਹਦੇ ਪਿੱਛੇ ਕਾਰਨ ਕੀ ਹੈ ਹੁਣ ਸਮਝ ਗਏ ਹੋ। ਬਿਲਕੁਲ। ਹੁਣ ਸਾਡੀ ਨੌਜਵਾਨੀ ਵੀ ਖੇਤੀ 'ਚ ਆਊਗੀ ਔਰ ਨੌਜਵਾਨੀ ਸਾਡੀ ਸਿਆਸਤ ਨੂੰ ਵੀ ਸਮਝ ਗਈ। ਸੋ ਜਿਹੜੇ ਇਹ ਨੌਜਵਾਨ ਨੇ ਨਾ, ਅੱਗੇ ਇਹ ਜਜ਼ਬਾਤੀ ਹੋ ਕੇ ਸਾਡੇ ਨੌਜਵਾਨ ਵੋਟਾਂ ਪਾ ਦਿੰਦੇ ਸੀ, ਹੁਣ ਐਤਕੀ ਨੌਜਵਾਨ ਸੋਚ ਸਮਝ ਕੇ ਵੋਟ ਪਾਉਣਗੇ। ਸੋ ਇਸ ਕਰਕੇ ਪੋਲੀਟੀਕਲ ਪਾਰਟੀਆਂ ਜੇ ਇਹ ਸੋਚਦੀਆਂ ਨੇ ਸਾਰੀਆਂ ਕਿ ਸਾਰੇ ਕਿਸਾਨ ਸਾਡੇ ਨਾਲ ਹੀ ਨੇ, ਪੰਜਾਬ 'ਚ ਕਾਂਗਰਸ ਵਾਲਿਆਂ ਨੂੰ ਵੀ ਲੱਗਣ ਲੱਗ ਗਿਆ ਵੀ ਹੋਰ ਕੋਈ ਵਿਕਲਪ ਨਹੀਂ, ਸ਼ਾਇਦ ਸਾਨੂੰ ਵੋਟ ਪੈ ਜਾਏ ਕਿਸਾਨਾਂ ਦੀ। ਜੀ। ਇੰਨੀ ਛੇਤੀ ਨਹੀਂ ਵੋਟਾਂ ਪੈਂਦੀਆਂ। ਬਿਲਕੁਲ। ਸੋ ਇਸ ਕਰਕੇ ਬਹੁਤ 2022 ਦੇ ਜਿਹੜੇ ਸਿਆਸੀ ਸਮੀਕਰਨ ਨੇ ਨਾ, ਕਿਸੇ ਦਿਨ ਆਪਾਂ ਇਹ ਤੇ ਪ੍ਰੋਗਰਾਮ ਵੀ ਕਰਾਂਗੇ। 2022 ਦੇ ਸਮੀਕਰਨ ਕਿਸਾਨ ਅੰਦੋਲਨ ਨੇ ਬਦਲ ਕੇ ਰੱਖਤੇ ਪੰਜਾਬ 'ਚ। ਜਿਹੜੀਆਂ ਪੁਰਾਣੀਆਂ ਗੱਲਾਂ ਸੀ 2022 ਦੀਆਂ, ਉਹ ਸਾਰੀਆਂ ਬਦਲਤੀਆਂ ਇਸ ਕਿਸਾਨ ਅੰਦੋਲਨ ਨੇ। ਕਰਾਂਗੇ ਐਨਾਲਿਸਿਸ ਕਰਾਂਗੇ ਨਵੇਂ ਸਾਲ 'ਚ ਕਿ 2022 ਹੁਣ ਹੋਊਗਾ ਕੀ, ਫਿਰ ਮੈਂ ਦੱਸੂਗਾ 2022 'ਚ ਗਗਨ ਜੀ ਕੀ ਹੋਊਗਾ। ਬਿਲਕੁਲ। ਮੈਂ ਲਗਾਤਾਰ ਵੱਖ-ਵੱਖ ਪੁਆਇੰਟਸ ਤੇ ਲੋਕਾਂ ਨਾਲ ਗੱਲ ਕਰ ਰਿਹਾ। 2022 ਬੜਾ ਹੈਰਾਨੀਕੁੰਨ ਨਤੀਜਾ ਇਸ ਵਾਰ 2022 ਨੇ ਦੇਣਾ। ਸੋ ਇਸ ਕਰਕੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੂੰ ਇਹ ਲੱਗਦਾ ਵੀ ਕਿਸਾਨ ਸਾਡੇ ਨਾਲ ਹੀ ਨੇ, ਸੋ ਉਹਨਾਂ ਦੇ ਵੀ ਵਹਿਮ ਨਿਕਲ ਜਾਣੇ ਆ। ਬਾਕੀ ਆ ਜਿਹੜੀਆਂ ਚੋਣਾਂ ਨੇ, ਇਹਨਾਂ ਚੋਣਾਂ ਨੇ ਵੀ ਕਈ ਪੋਲੀਟੀਕਲ ਪਾਰਟੀਆਂ ਦੇ ਵਹਿਮ ਕੱਢ ਦੇਣੇ ਆ ਵੀ ਉਹ ਕਿੱਥੇ ਖੜੇ ਆ। ਜੀ। ਟੱਲਾ ਜੀ, ਕਿਤੇ ਇਹ ਵੀ ਇੱਥੇ ਜਾ ਕੇ ਆਪਾਂ ਵੇਖ ਸਕਦੇ ਹਾਂ ਕਿ ਕਹਿੰਦੇ ਨੇ, ਆਪਾਂ ਸੁਣਦੇ ਸੀ ਕਿ ਜਿਹੜੀ ਸਿਆਸਤ ਹੈ ਉਹ ਦਿੱਲੀ ਤੋਂ ਸ਼ੁਰੂ ਹੁੰਦੀ ਹੈ। ਹੁਣ ਮੈਨੂੰ ਲੱਗਦਾ ਕਿ 33 ਦਿਨ ਤੋਂ ਬਾਅਦ ਦਾ ਸਮਾਂ ਜਿਹੜਾ ਕਿਸਾਨਾਂ ਨੂੰ ਉਸੇ ਦਿੱਲੀ ਦੇ ਵਿੱਚ ਬੈਠਿਆਂ ਹੋ ਗਿਆ। ਬਹੁਤ ਨੇੜਿਓਂ ਸਿਆਸਤ ਨੂੰ ਵੇਖ ਲਿਆ ਹੁਣ ਤਾਂ ਉਹਨਾਂ ਨੇ, ਬਹੁਤ ਨੇੜਿਓਂ ਦੇਖ ਲਿਆ ਜੀ ਕਿਸਾਨਾਂ ਨੇ ਸਿਆਸਤ ਨੂੰ। ਔਰ ਪੰਜਾਬ 'ਚ ਹੁਣ ਜਦੋਂ ਸਾਡੇ ਕਿਸਾਨ ਸਾਰੇ ਇਸ ਅੰਦੋਲਨ ਨੂੰ ਜਿੱਤਣ ਤੋਂ ਬਾਅਦ ਜਦੋਂ ਆਉਣਗੇ ਜੀ, ਤਾਂ ਫਿਰ ਪੰਜਾਬ ਦੇ ਵਿੱਚ ਵੀ ਬਹੁਤ ਵੱਡਾ ਪ੍ਰਭਾਵ ਹੈ ਕਿਸਾਨਾਂ ਦੇ ਤਜਰਬੇ ਦਾ, ਸਾਨੂੰ ਨਜ਼ਰ ਆਊਗਾ ਜੀ। ਤੇ ਡੱਲਾ ਜੀ, ਉੱਧਰ ਯੋਗੀ ਆਦਿੱਤਿਆਨਾਥ ਉਹਨਾਂ ਨੇ ਐਲਾਨ ਕੀਤਾ ਹੈ ਕਿ ਹਰ ਜਿਹੜਾ ਦਸੰਬਰ ਦੇ ਮਹੀਨੇ 'ਚ 27 ਤਰੀਕ ਹੋਇਆ ਕਰੂਗੀ, ਉਹ ਯੂਪੀ ਦੇ ਸਕੂਲਾਂ ਦੇ ਵਿੱਚ ਸਾਹਿਬਜ਼ਾਦਾ ਦਿਵਸ ਦੇ ਨਾਮ ਦੇ ਨਾਲ ਮਨਾਇਆ ਕਰਾਂਗੇ। ਸੋ ਇਸ ਐਲਾਨ ਨੂੰ ਕਿੱਦਾਂ ਵੇਖ ਰਹੇ ਹੋ? ਬਹੁਤ ਧੰਨਵਾਦ ਹੈ ਜੀ ਯੋਗੀ ਉਹਨਾਂ ਦਾ। ਉਹਨਾਂ ਨੇ ਇਹ ਬਹੁਤ ਇੱਕ
ਚੰਗਾ ਫੈਸਲਾ ਕੀਤਾ ਹੈ। ਦੇਰ ਨਾਲ ਲਿਆ ਗਿਆ ਚੰਗਾ ਫੈਸਲਾ ਮੈਂ ਕਹੂੰਗਾ ਜੀ। ਉਂਝ ਮੈਂ ਅੱਗੇ ਵੀ ਕਹਿੰਦਾ ਹੁੰਦਾ, ਭਾਰਤ ਦੀ ਸਰਕਾਰ ਨੂੰ ਸਾਡੇ ਸਾਹਿਬਜ਼ਾਦਿਆਂ ਦੀ ਯਾਦ 'ਚ, ਵੱਡੇ ਸਾਹਿਬਜ਼ਾਦੇ ਔਰ ਛੋਟੇ ਸਾਹਿਬਜ਼ਾਦੇ, ਇਹਨਾਂ ਦੀ ਯਾਦ ਦੇ ਵਿੱਚ ਚਿਲਡਰਨ ਡੇ, ਬਾਲ ਦਿਵਸ ਅਧਿਕਾਰਿਕ ਤੌਰ ਤੇ ਮਨਾਉਣ ਦਾ ਐਲਾਨ ਕਰ ਦਿੱਤਾ ਜਾਣਾ ਚਾਹੀਦਾ ਹੈ। ਔਰ ਜ਼ਰੂਰ ਮੈਂ ਇਹ ਕਹਿਣਾ ਚਾਹੂੰਗਾ ਅੱਜ ਕਿ ਇਹ ਵੇਲਾ ਹੈ ਕਿ ਜਦੋਂ ਜਿਹੜੇ ਛੋਟੇ ਸਾਹਿਬਜ਼ਾਦੇ ਔਰ ਵੱਡੇ ਸਾਹਿਬਜ਼ਾਦੇ ਆ ਜੀ, ਇਹਨਾਂ ਦੀ ਜੀਵਨੀ, ਇਹਨਾਂ ਦੀ ਜ਼ਿੰਦਗੀ ਆਪਣੇ ਆਪ ਦੇ ਵਿੱਚ, ਬੱਚਿਆਂ ਦੇ ਵਿੱਚ ਔਰ ਸਾਰਿਆਂ ਦੇ ਵਿੱਚ ਇੱਕ ਪ੍ਰੇਰਨਾ, ਜੋਸ਼, ਤਾਕਤ, ਡਿਸਪਲਿਨ, ਵੱਡਿਆਂ ਦੀ ਇੱਜ਼ਤ ਕਰਨ ਦੀ ਭਾਵਨਾ, ਸਮਾਜ ਲਈ ਕੁਰਬਾਨੀ ਦੇਣ ਦੀ ਭਾਵਨਾ ਜੀ, ਹੈ ਜੀ। ਔਰ ਆਪਣੇ ਧਰਮ ਤੇ, ਤੁਸੀਂ ਕਿਸੇ ਵੀ ਧਰਮ ਨਾਲ ਸੰਬੰਧਿਤ ਹੋ, ਆਪਣੇ ਧਰਮ 'ਚ ਭਰੋਸਾ ਤੇ ਆਪਣੇ ਧਰਮ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ 'ਚ ਲਾਗੂ ਕਰਨ ਦੀ ਭਾਵਨਾ ਨੂੰ ਵੀ ਬਿਆਨ ਕਰਦੀ ਹੈ ਇਹਨਾਂ ਦੀ ਕੁਰਬਾਨੀ। ਸੋ ਇਸ ਕਰਕੇ ਪੂਰੇ ਮੁਲਕ 'ਚ ਮੈਂ ਚਾਹੂੰਗਾ ਕਿ ਜਿਵੇਂ ਸਾਡੇ ਸ਼ਹੀਦ ਭਗਤ ਸਿੰਘ ਵਰਗੇ ਪੜ੍ਹਾਏ ਜਾਂਦੇ ਨੇ ਕਿਤਾਬਾਂ 'ਚ, ਜੀ, ਸਾਡੇ ਗੁਰੂ ਪੜ੍ਹਾਏ ਜਾਂਦੇ ਨੇ, ਉਸੇ ਤਰ੍ਹਾਂ ਸਾਡੇ ਜਿਹੜੇ ਮਹਾਨ ਸ਼ਹੀਦ ਨੇ, 4 ਸਾਹਿਬਜ਼ਾਦੇ, ਜੀ, ਇਹਨਾਂ ਚਾਰਾਂ ਨੂੰ ਦੇਸ਼ ਭਰ ਦੀਆਂ ਸਕੂਲੀ ਕਿਤਾਬਾਂ 'ਚ ਪਾਠਕ੍ਰਮ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਔਰ ਸਾਡੇ ਕਾਲਜਸ ਦੇ ਵਿੱਚ, ਜਿਹੜੇ ਸਾਡੇ ਕਾਲਜਸ ਨੇ, ਉਹਨਾਂ ਦੇ ਵਿੱਚ ਵੀ ਪਾਠਕ੍ਰਮ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਔਰ ਇਹਦੇ ਨਾਲ ਇੱਕ ਬਹੁਤ ਚੰਗਾ ਸੁਨੇਹਾ ਵੀ ਜਾਊਗਾ। ਔਰ ਦੇਖੋ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਸ਼੍ਰੀ ਤੇਗ ਬਹਾਦਰ ਸਾਹਿਬ, ਅਸਲ 'ਚ ਇਹ ਸਾਰੇ ਗੁਰੂਆਂ ਤੋਂ ਹੀ ਸਾਨੂੰ ਉਸ ਲੋਕਤੰਤਰ ਦੀ ਪ੍ਰੇਰਨਾ ਲੈਣੀ ਚਾਹੀਦੀ ਹੈ ਜਿਹੜਾ ਲੋਕਤੰਤਰ ਅਸੀਂ ਬਣਾਉਣਾ ਚਾਹ ਰਹੇ ਹਾਂ। ਜੀ, ਗੁਰੂਆਂ ਦੀਆਂ ਸ਼ਹਾਦਤਾਂ, ਅਸਲ 'ਚ ਉਹਨਾਂ ਨੇ ਅਸਲ ਡੈਮੋਕ੍ਰੇਸੀ ਦੀ ਸਾਨੂੰ ਤਸਵੀਰ ਦਿਖਾਈ ਸੀ ਵੀ ਲੋਕਤੰਤਰ ਹੋਣਾ ਕਿਹੋ ਜਿਹਾ ਚਾਹੀਦਾ, ਜਿਹ 'ਚ ਜ਼ੁਲਮ ਨਾ ਹੋਣ ਕਿਸੇ ਤੇ, ਕੋਈ ਕਿਸੇ ਤੇ ਅਤਿਆਚਾਰ ਨਾ ਕਰੇ, ਆਪਸੀ ਮੇਲ ਮਿਲਾਪ ਹੋਵੇ, ਹਰ ਧਰਮ ਦਾ ਸਤਿਕਾਰ ਹੋਵੇ। ਸੋ ਇਸ ਕਰਕੇ ਇਹ ਜਿਹੜੇ ਆਦਿੱਤਿਆਨਾਥ ਜੋਗੀ ਨੇ ਫੈਸਲਾ ਕੀਤਾ ਹੈ, ਇਹ ਬਹੁਤ ਚੰਗਾ ਫੈਸਲਾ ਹੈ। ਹਰ ਚੰਗੇ ਫੈਸਲੇ ਦਾ ਸਵਾਗਤ ਕੀਤਾ ਜਾਣਾ ਚਾਹੀਦਾ, ਉਹ ਕਿਸੇ ਵੀ ਸੂਬੇ ਦੀ ਸਰਕਾਰ ਨੇ ਲਿਆ ਹੋਵੇ। ਪਰ ਮੋਦੀ ਸਾਹਿਬ ਤੋਂ ਆਸ ਇਹ ਕਰਾਂਗੇ ਕਿ ਕੌਮੀ ਪੱਧਰ ਤੇ ਇਸ ਤਰੀਕੇ ਦਾ ਫੈਸਲਾ ਹੋ ਜੇ ਤੇ ਇਹ ਹੋਰ ਕਹਿੰਦੇ ਨੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਊਗੀ। ਜੀ, ਤੇ ਡੱਲਾ ਜੀ, ਇੱਕ ਜਾਂਦੇ ਜਾਂਦੇ ਮੋਦੀ ਸਾਹਿਬ ਹੁਣਾਂ ਦੀ ਖਬਰ ਦੇ ਵੱਲ ਨਜ਼ਰ ਮਾਰ ਲਈਏ। 100ਵੀਂ ਕਿਸਾਨ ਰੇਲ ਨੂੰ ਜਿਹੜੀ ਹਰੀ ਝੰਡੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਦਿੱਤੀ ਹੈ। ਹਾਲਾਂਕਿ ਉਸ ਵਕਤ ਉਹਨਾਂ ਦੇ ਨਾਲ ਵਰਚੁਅਲ ਜਿਹੜੀ ਮੀਟਿੰਗ ਦੇ ਜ਼ਰੀਏ ਅਰਵਿੰਦ ਕੇਜਰੀਵਾਲ ਵੀ ਹਾਜ਼ਰ ਰਹੇ, ਮਿਲ ਕੇ ਜਿਹੜੀ ਹਰੀ ਝੰਡੀ ਇਸ ਕਿਸਾਨ ਰੇਲ ਨੂੰ ਦਿੱਤੀ ਹੈ। ਕਿੱਦਾਂ ਵੇਖਦੇ ਹੋ? ਪਿਛਲੇ ਕੁਝ ਦਿਨਾਂ ਤੋਂ ਕਿਸਾਨੀ ਨਾਲ ਜੁੜੇ ਕੰਮ ਮੋਦੀ ਸਾਹਿਬ ਬਹੁਤ ਕਰ ਰਹੇ ਨੇ। ਉਸ ਦਿਨ ਬਟਨ ਦੱਬ ਕੇ 18,000 ਕਰੋੜ ਵੀ ਮੋਦੀ ਸਾਹਿਬ ਨੇ ਪਾਇਆ ਸੀ। ਕਿਸਾਨ ਰੇਲ ਵੀ, ਚਲੋ ਬਹੁਤ ਬਹੁਤ ਧੰਨਵਾਦ ਹੈ। ਇਹ ਸਾਰੇ ਸਰਕਾਰੀ ਕੰਮ ਨੇ ਜਿਹੜੇ ਇਹ ਚੱਲਦੇ ਰਹਿੰਦੇ ਗਗਨ ਜੀ। ਪਰ ਗੱਲ ਇਹ ਹੈ ਵੀ ਸੁਭਾਗ ਪ੍ਰਾਪਤ ਹੁੰਦਾ ਹੈ ਮੁੱਖ ਮੰਤਰੀਆਂ ਨੂੰ, ਪ੍ਰਧਾਨ ਮੰਤਰੀਆਂ ਨੂੰ। ਸੋ ਕੰਮ ਤਾਂ ਇਹ ਯੋਜਨਾਵਾਂ 'ਚ ਚੱਲਦੇ ਹੀ ਰਹਿੰਦੇ ਨੇ। ਸੋ ਫਿਰ ਵੀ ਬਹੁਤ ਬਹੁਤ ਧੰਨਵਾਦ ਹੈ ਮੋਦੀ ਸਾਹਿਬ ਦਾ। ਇੱਕ ਹੋਰ ਗੱਡੀ ਨੂੰ ਉਹਨਾਂ ਨੇ ਹਰੀ ਝੰਡੀ ਦਿੱਤੀ ਜੀ। ਪਰ ਅਸਲ ਧੰਨਵਾਦ ਉਦੋਂ ਹੀ ਕਰਾਂਗੇ ਜਿੱਦਣ ਕਿਸਾਨ ਕਾਨੂੰਨ ਰੱਦ ਕਰ ਦੇਣਗੇ ਤੇ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਦੁੱਖ ਦੀ ਦਾਸਤਾਨ ਹੈ ਉਹ ਸਮਝਣਗੇ ਵੀ ਪੰਜਾਬ ਦੇ ਕਿਸਾਨ ਕਿਉਂ ਆਤਮ ਹੱਤਿਆਵਾਂ ਕਰਦੇ ਨੇ। ਮੈਂ ਸੁਣਦਾ ਕਈ ਵਾਰੀ ਜਿਹੜੇ ਲੋਕ ਸਾਡੇ ਉੱਥੇ ਅੰਦੋਲਨ 'ਚ ਬੈਠੇ ਨੇ, ਦੂਸਰਿਆਂ ਨੂੰ ਇਹ ਲੱਗਦਾ ਕਿ ਇਹ VVIP ਅੰਦੋਲਨ ਹੈ, ਇਹ ਲੋਕ ਖੁਸ਼ੀ ਬੜੇ ਨੇ। ਅਸਲ 'ਚ ਇਹ ਲੋਕ ਬੜੇ ਸੰਘਰਸ਼ੀਲ ਨੇ, ਇਹ ਲੋਕ ਬੜੇ ਦੁੱਖ ਭੋਗ ਰਹੇ ਨੇ ਆਪਣੀ ਜ਼ਿੰਦਗੀ 'ਚ। ਇਹ ਮਜਬੂਰੀ 'ਚ ਉੱਥੇ ਜਾ ਕੇ ਬੈਠੇ ਨੇ। ਕਈਆਂ ਦੇ ਸਿਰ ਕਰਜ਼ੇ ਹੋਣਗੇ। ਔਰ ਇਹ ਨਾ ਸਮਝੋ ਵੀ ਇਹ 1.5, 2, 3 ਲੱਖ ਨੇ, ਅਸਲ 'ਚ ਉਹ ਪੂਰੇ ਪੰਜਾਬ ਦੀ ਨੁਮਾਇੰਦਗੀ ਕਰ ਰਹੇ ਨੇ। ਸੋ ਬਦਲ ਕੇ ਲੋਕ ਉੱਥੇ ਜਾ ਰਹੇ ਨੇ, ਸਾਰਾ ਪੰਜਾਬ ਉੱਥੇ ਹਾਜ਼ਰੀ ਲਵਾ ਰਿਹਾ। ਬਿਲਕੁਲ। ਸੋ ਕਿਸਾਨੀ ਅੰਦੋਲਨ ਦੇ ਲਈ ਹਾਲਾਂਕਿ ਅੱਜ ਦਾ ਦਿਨ ਵੀ ਅਹਿਮ ਹੈ, ਕਿਉਂਕਿ ਕੇਂਦਰ ਸਰਕਾਰ ਦੇ ਵੱਲੋਂ ਹੋ ਸਕਦਾ ਕਿ ਮੀਟਿੰਗਾਂ ਦਾ ਦੌਰ ਅੱਜ ਦੇ ਦਿਨ ਦੇ ਵਿੱਚ ਰਵੇ ਤੇ ਕੱਲ ਨੂੰ ਜੋ ਮੀਟਿੰਗ ਦਾ ਸੱਦਾ ਕਿਸਾਨ ਜਥੇਬੰਦੀਆਂ ਨੂੰ ਆਇਆ ਤੇ ਕੱਲ ਦੇ ਦਿਨ ਦੇ ਵਿੱਚ ਉਮੀਦ ਕਰਾਂਗੇ ਕਿ ਇਹ ਸਾਲ ਦੇ ਆਖਰੀ ਦਿਨ ਨੇ, 30 ਦਸੰਬਰ ਹੈ। ਇਸ ਤੋਂ ਬਾਅਦ 31 ਦਸੰਬਰ ਤੋਂ ਬਾਅਦ ਅਗਲੇ ਸਾਲ ਦੇ ਵਿੱਚ ਅਸੀਂ ਸਾਰਿਆਂ ਨੇ ਜਾ ਪਹੁੰਚਣਾ ਹੈ। ਉਮੀਦ ਕਰਦੇ ਹਾਂ ਕਿ 2020 ਦੇ ਵਿੱਚ ਹੀ ਜਿਹੜਾ ਕਿਸਾਨੀ ਮਸਲਾ ਕੇਂਦਰ ਸਰਕਾਰ ਦੇ ਵੱਲੋਂ ਹੱਲ ਕਰ ਦਿੱਤਾ ਜਾਵੇ ਤਾਂ ਜੋ 2021 ਅਸੀਂ ਖੁਸ਼ੀਆਂ ਦੇ ਨਾਲ ਮਨਾ ਸਕੀਏ। ਸੋ ਇਸੇ ਉਮੀਦ ਦੇ ਨਾਲ ਤੁਹਾਡੇ ਤੋਂ ਇਜਾਜ਼ਤ ਲਵਾਂਗੇ ਤੇ ਫਿਰ ਅਗਲੇ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ। ਡੱਲਾ ਜੀ, ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ ਜੀ ਸਾਰਾ।